ਤੇ ਨਹੀਂ ਕੋਈ ਜਾਨਦਾਰ ਜ਼ਮੀਨ ਵਿੱਚ, ਪਰ ਅੱਲਾ ਦੇ ਜ਼ਿੰਮੇ ਹੈ ਰਿਜ਼ਕ ਉਹਦਾ, ਤੇ ਜਾਣਦਾ ਏ ਠਹਿਰਨ ਦਾ ਥਾਂ ਉਹਦਾ ਤੇ ਸਪੁਰਦ ਹੋਣੇ ਦਾ ਥਾਂ ਉਹਦਾ। ਹਰ ਗੱਲ ਦਰਜ ਏ ਕਿਤਾਬ ਰੋਸ਼ਨ ਵਿੱਚ, ਤੇ ਉਹੋ ਹੀ ਏ ਜਿਨ ਬਣਾਇਆ ਆਸਮਾਨ ਤੇ ਜ਼ਮੀਨ 6 ਦਿਨਾਂ ਵਿੱਚ, ਤੇ ਤਖਤ ਉਹਦਾ ਸੀ ਇਹਦੋਂ ਪਹਿਲੇ ਪਾਣੀ ਉੱਤੇ। ਤਾਂ ਅਜ਼ਮਾਏ ਤੁਹਾਨੂੰ ਕਿਹੜਾ ਤੁਹਾਡਾ ਵਧੇਰਾ ਸੋਹਣਾ ਹੈ ਅਮਲਾਂ ਵੱਲੋਂ। ਤੇ ਐ ਹਬੀਬ ਜੇ ਤੂੰ ਆਖੇ ਭਾਈ ਤੁਸਾਂ ਜ਼ਰੂਰ ਉਠਾਇਆ ਜਾਣਾ ਮਰਨੇ ਦੇ ਪਿੱਛੋਂ, ਤਾਂ ਜ਼ਰੂਰ ਆਖਣਗੇ ਜਿਹੜੇ ਬੇਈਮਾਨ ਹੋਏ ਨੇ ਨਹੀਂ ਇਹ ਪਰ ਜਾਦੂ ਖੁੱਲਾ ਖੁੱਲਾ, ਯਾਨੀ ਜਿਉਂ ਜਾਦੂ ਉੱਤੋਂ ਕੁਝ ਹੋਰ ਤੇ ਵਿੱਚੋਂ ਕੁਝ ਹੋਰ ਹੁੰਦਾ ਹੈ, ਇਸੇ ਤਰ੍ਹਾਂ ਇਹ ਗੱਲ ਉੱਤੋਂ ਚੋਪੜੀ ਚਾਪੜੀ ਸੋਹਣੀ ਮਾਲੂਮ ਹੁੰਦੀ ਹੈ ਤੇ ਵਿੱਚੋਂ ਨਿਰੀ ਝੂਠੀ ਹੈ। ਤੇ ਜੇ ਅਸੀਂ ਪਛੇਰੇ ਪਾ ਦਈਏ ਉਹਨਾਂ ਤੋਂ ਅਜ਼ਾਬ ਇੱਕ ਗਿਣੀ ਹੋਈ ਮੁੱਦਤ ਤੀਕ, ਤਾਂ ਜ਼ਰੂਰ ਆਖਣਗੇ ਕੀ ਚੀਜ਼ ਰੋਕਦੀ ਏ ਉਸ ਨੂੰ। ਸੁਣ ਰੱਖੋ ਜਿਸ ਦਿਨ ਆਵੇਗਾ ਉਹਨਾਂ ਨੂੰ ਨਾ ਮੋੜਿਆ ਜਾਏਗਾ ਉਹਨਾਂ ਤੋਂ, ਤੇ ਘੇਰ ਲਏਗੀ ਉਹਨਾਂ ਨੂੰ ਸਜ਼ਾ ਉਸ ਦੀ ਜਿਸ ਦਾ ਠੱਠਾ ਕਰਦੇ ਸਨ। ਤੇ ਜੇ ਚਖਾਈਏ ਅਸੀਂ ਆਦਮੀ ਨੂੰ ਆਪਣੇ ਵੱਲੋਂ ਸਵਾਦ ਰਹਿਮਤ ਦਾ, ਫੇਰ ਉਹ ਖੋਹ ਲਈਏ ਉਸ ਤੋਂ, ਤਾਂ ਉਹ ਜ਼ਰੂਰ ਹੀ ਨਾਉਮੀਦ ਹੋ ਕੇ ਨਾਸ਼ੁਕਰੀ ਕਰਨ ਲੱਗ ਪੈਂਦਾ। ਤੇ ਜੇ ਅਸੀਂ ਚਖਾਈਏ ਉਸ ਨੂੰ ਆਰਾਮ ਪਿੱਛੇ ਦੁੱਖ ਦੇ ਜੋ ਪਹੁੰਚਾ ਸੀ ਉਹਨੂੰ, ਤਾਂ ਜ਼ਰੂਰ ਆਖੇਗਾ ਚਲੀਆਂ ਗਈਆਂ ਨੇ ਸਖਤੀਆਂ ਮੈਂ ਤੋਂ। ਉਹ ਜ਼ਰੂਰ ਹੀ ਮਸਤ ਤੇ ਸ਼ੇਖੀ ਖੋਰਾ ਬਣ ਜਾਂਦਾ ਹੈ। ਪਰ ਜਿਹੜੇ ਸਹਿੰਦੇ ਰਹੇ ਤੇ ਕੀਤੀਆਂ ਭਲਾਈਆਂ, ਉਹ ਨੇ ਜਿਨ੍ਹਾਂ ਲਈ ਬਖਸ਼ਿਸ਼ ਤੇ ਸਵਾਬ ਬੜਾ। ਫਿਰ ਸ਼ਾਇਦ ਤੁਸੀਂ ਐ ਹਬੀਬ ਛੱਡ ਬਵੋ ਕੁਝ ਉਸ ਹੁਕਮ ਵਿੱਚੋਂ ਜੋ ਉਤਰਦਾ ਤੇਰੇ ਵੱਲ, ਤੇ ਤੰਗ ਹੋਵੇ ਉਸ ਨਾਲ ਦਿਲ ਤੁਹਾਡਾ, ਇਸ ਗੱਲੋਂ ਜੋ ਆਖਦੇ ਨੇ ਕਿਉਂ ਨਾ ਉਤਰਿਆ ਉਸ ਉੱਤੇ ਕੋਈ ਖਜ਼ਾਨਾ, ਜਾਂ ਕਿਉਂ ਨਾ ਆਇਆ ਉਹਦੇ ਨਾਲ ਕੋਈ ਫਰਿਸ਼ਤਾ, ਤੇ ਤੂੰ ਨਿਰਾ ਡਰਾਉਣ ਵਾਲਾ ਹੈ। ਅੱਗੇ ਅੱਲਾ ਹਰ ਕਾਸੇ ਦਾ ਜ਼ਿੰਮੇਦਾਰ ਹੈ। ਭਲਾ ਆਖਦੇ ਨੇ ਆਪ ਜੋੜ ਲਿਆ ਸੂ ਇਹ ਕੁਰਾਨ, ਤੁਸੀਂ ਆਖੋ ਫਿਰ ਲਿਆਓ 10 ਸੂਰਤਾਂ ਇਹਦੇ ਜਿਹੀਆਂ ਆਪ ਜੋੜੀਆਂ ਹੋਈਆਂ, ਤੇ ਸੱਦੋ ਜਿਸ ਨੂੰ ਮਦਦ ਲਈ ਸੱਦ ਸਕਦੇ ਹੋ ਸੁਆਹ ਅੱਲਾ ਦੇ, ਜੇ ਤੁਸੀਂ ਸੱਚੇ ਹੋ। ਫੇਰ ਜੇ ਤੁਹਾਡੇ ਮਾਬੂਦਾਂ ਨਾ ਜਵਾਬ ਦਿੱਤੋ ਨੇ ਤੁਹਾਨੂੰ, ਤਾਂ ਜਾਣ ਲਓ ਭਈ ਇਹ ਉਤਰਿਆ ਹੈ ਅੱਲਾ ਦੇ ਇਲਮ ਨਾਲ, ਤੇ ਇਹ ਜੋ ਕੋਈ ਲਾਇਕ ਪੂਜਾ ਦੇ ਨਹੀਂ ਬਾਜ ਉਹਦੇ। ਫੇਰ ਭਲਾ ਹੋ ਤੁਸੀਂ ਫਰਮਾ ਬਰਦਾਰ। ਜਿਹੜਾ ਚਾਹੁੰਦਾ ਹੋਵੇ ਜਿਉਣਾ ਦੁਨੀਆ ਦਾ ਤੇ ਸੋਹਣ ਉਸ ਦਾ, ਪੂਰਾ ਦੇਨੇ ਅਸੀਂ ਉਹਨਾਂ ਨੂੰ ਫਲ ਉਹਨਾਂ ਦੇ ਅਮਲਾਂ ਦਾ ਇੱਥੇ, ਤੇ ਉਹਨਾਂ ਨੂੰ ਇੱਥੇ ਘੱਟ ਨਹੀਂ ਮਿਲਦਾ। ਪਰ ਉਹ ਨੇ ਜਿਨ੍ਹਾਂ ਲਈ ਕੁਝ ਨਹੀਂ ਹੈ ਆਖਰਤ ਵਿੱਚ ਸੁਆਹ ਅੱਗ ਦੇ, ਤੇ ਉਗਤ ਗਿਆ ਜੋ ਬਣਾਇਆ ਉਹਨੇ ਦੁਨੀਆ ਵਿੱਚ, ਤੇ ਖਰਾਬ ਹੋਇਆ ਉਹਨਾਂ ਦਾ ਕੀਤਾ ਕਰਾਇਆ। ਭਲਾ ਫਿਰ ਜਿਹੜਾ ਸ਼ਖਸ ਖਲੋਤਾ ਹੋਵੇ ਸਾਫ਼ ਦਲੀਲ ਉੱਤੇ ਆਪਣੇ ਰੱਬ ਵੱਲੋਂ, ਤੇ ਪਿੱਛੋਂ ਆ ਮਿਲਦਾ ਉਹਨੂੰ ਗਵਾਹ ਯਾਨੀ ਕੁਰਾਨ ਉਸ ਵੱਲੋਂ, ਤੇ ਪਹਿਲੇ ਉਹਦੇ ਕਿਤਾਬ ਵੀ ਮੌਜੂਦ ਸੀ ਮੂਸਾ ਦੀ ਪੇਸ਼ਵਾ ਤੇ ਰਹਿਮਤ, ਉਹ ਲੋਕ ਮੰਨਦੇ ਨੇ ਇਸ ਨੂੰ। ਤੇ ਜਿਹੜਾ ਨਾ ਮੰਨੇਗਾ ਇਸ ਨੂੰ ਸਭ ਟੋਲਿਆਂ ਵਿੱਚੋਂ, ਸੋ ਅੱਗੇ ਉਹਦੇ ਵਾਅਦੇ ਦਾ ਥਾਂ। ਸੋ ਐ ਹਬੀਬ ਨਾ ਹੋ ਸ਼ੱਕ ਵਿੱਚ ਉਸ ਤੋਂ, ਉਹ ਜ਼ਰੂਰ ਸੱਚ ਏ ਤੇਰੇ ਰੱਬ ਵੱਲੋਂ, ਪਰ ਬਹੁਤੇ ਲੋਕ ਨਹੀਂ ਮੰਨਦੇ। ਤੇ ਉਸ ਨਾਲੋਂ ਬੜਾ ਜ਼ਾਲਮ ਕੌਣ ਏ ਜਿਨ ਜੋੜਿਆ ਅੱਲਾ ਉੱਤੇ ਝੂਠ। ਉਹਨਾਂ ਨੇ ਰੂਬਰੂ ਹੋਣਾ ਹੈ ਆਪਣੇ ਰੱਬ ਦੇ, ਤੇ ਆਖਣਗੇ ਗਵਾਹ ਜੇ ਇਹੋ ਲੋਕ ਨੇ ਜਿਨ੍ਹਾਂ ਝੂਠ ਬੋਲਿਆ ਹੈ ਆਪਣੇ ਰੱਬ ਉੱਤੇ। ਸੁਣ ਰੱਖੋ ਫਟਕਾਰ ਹੈ ਅੱਲਾ ਦੀ ਜ਼ਾਲਮਾਂ ਉੱਤੇ, ਜਿਹੜੇ ਰੋਕਦੇ ਨੇ ਅੱਲਾ ਦੇ ਰਾਹ ਤੇ ਢੂੰਡਦੇ ਨੇ ਉਸ ਵਿੱਚ ਡਿੰਗਿਆਈ, ਤੇ ਉਹੋ ਹੀ ਨੇ ਆਖਰਤ ਤੋਂ ਮੁਨਕਰ। ਉਹ ਲੋਕ ਨਹੀਂ ਉਹ ਹੈਰਾਨ ਜੋਗੇ ਅੱਲਾ ਨੂੰ ਨਸ ਕੇ ਜ਼ਮੀਨ ਵਿੱਚ, ਤੇ ਨਹੀਂ ਹੈ ਉਹਨਾਂ ਲਈ ਸਵਾ ਅੱਲਾ ਦੇ ਕੋਈ ਹਮੈਤੀ। ਦੂਣੀ ਪੈ ਗਈ ਉਹਨਾਂ ਨੂੰ ਮਾਰ, ਤਾਕਤ ਨਹੀਂ ਸਨ ਰੱਖਦੇ ਸੁਣਨ ਦੀ, ਤੇ ਨਾ ਵੇਖ ਸਕਦੇ ਨੇ। ਉਹ ਨੇ ਜਿਨ੍ਹਾਂ ਘਾਟੇ ਵਿੱਚ ਪਾ ਦਿੱਤੀਆਂ ਜਾਨਾਂ ਆਪਣੀਆਂ, ਤੇ ਵਿਸਰ ਗਿਆ ਉਹਨਾਂ ਤੋਂ ਜੋ ਝੂਠ ਜੋੜਦੇ ਹੁੰਦੇ ਸਨ। ਕੁਝ ਸ਼ੱਕ ਨਹੀਂ ਜ਼ਰੂਰ ਉਹੋ ਹੀ ਨੇ ਆਖਰਤ ਵਿੱਚ ਵਧੇਰੇ ਘਾਟੇ ਵਾਲੇ। ਤੇ ਰਹੇ ਉਹ ਲੋਕ ਜਿਨ੍ਹਾਂ ਮੰਨਿਆ ਤੇ ਕੀਤੀਆਂ ਭਲਾਈਆਂ ਤੇ ਆਜਜ਼ੀ ਕੀਤੀ ਆਪਣੇ ਰੱਬ ਅੱਗੇ, ਜ਼ਰੂਰ ਉਹ ਨੇ ਬਹਿਸ਼ਤ ਵਾਲੇ, ਉਹਨਾਂ ਉੱਤੇ ਸਦਾ ਰਹਿਣਾ ਹੈ। ਹਾਲ ਇਹਨਾਂ ਦੋਵਾਂ ਟੋਲਿਆਂ ਦਾ ਇੱਕ ਅੰਨੇ ਤੇ ਬੋਲੇ ਤੇ ਦੂਜੇ ਸੁਜਾਖੇ ਤੇ ਸੁਣਦੇ ਵਾਂਗੂ ਹੈ। ਭਲਾ ਬਰਾਬਰ ਹੋ ਸਕਦਾ ਹੈ ਹਾਲ ਦੋਵਾਂ ਦਾ, ਕਿਉਂ ਫੇਰ ਮਤ ਨਹੀਂ ਲੈਂਦੇ ਹੋ। ਤੇ ਜ਼ਰੂਰ ਭੇਜਿਆ ਸਾਨੂੰ ਨੂੰ ਉਹਦੀ ਕੌਮ ਵੱਲ, ਆਖਿਓ ਸੂ ਮੈਂ ਜ਼ਰੂਰ ਤੁਸਾਂ ਲਈ ਡਰਾਉਣ ਵਾਲਾ ਹਾਂ ਖੁੱਲਾ ਖੁੱਲਾ, ਭਾਈ ਨਾ ਪੂਜੋ ਬਾਜ ਅੱਲਾ ਦੇ, ਮੈਨੂੰ ਜ਼ਰੂਰ ਡਾਰੇ ਤੁਸਾਂ ਉੱਤੇ ਦੁੱਖ ਦੇ ਦਿਨ ਦੀ ਮਾਰ ਦਾ। ਫਿਰ ਆਖਿਆ ਸਰਦਾਰਾਂ ਨੇ ਜਿਹੜੇ ਬੇਈਮਾਨ ਹੋਏ ਉਹਦੀ ਕੌਮ ਵਿੱਚੋਂ, ਨਹੀਂ ਵੇਖਦੇ ਅਸੀਂ ਤੈਨੂੰ ਪਰ ਆਦਮੀ ਆਪਣੇ ਜਿਹਾ, ਤੇ ਨਹੀਂ ਵੇਖਦੇ ਅਸੀਂ ਜੋ ਮਗਰ ਲੱਗੇ ਨੇ ਤੇਰੇ ਬਗੈਰ ਸੋਚੇ ਸਮਝੇ, ਪਰ ਉਹ ਜਿਹੜੇ ਕਮੀ ਨੇ ਸਾਡੇ ਵਿੱਚੋਂ। ਤੇ ਨਹੀਂ ਵੇਖਦੇ ਅਸੀਂ ਤੁਸਾਂ ਲਈ ਆਪਣੇ ਉੱਤੇ ਕੁਝ ਵਡਿਆਈ, ਸਗੋਂ ਅਸੀਂ ਗੁਮਾਨ ਕਰਨੇ ਆ ਤੁਹਾਨੂੰ ਝੂਠੇ।
ਆਖਿਓ ਸੂ ਐ ਮੇਰੀ ਕੌਮ ਦੱਸੋ ਮੈਨੂੰ ਜੇ ਹੋਇਆ ਮੈਂ ਸਾਫ਼ ਦਲੀਲ ਉੱਤੇ ਆਪਣੇ ਰੱਬ ਵੱਲੋਂ ਤੇ ਦਿੱਤੀ ਸੂ ਮੈਨੂੰ ਮਿਹਰ ਖਾਸ ਆਪਣੇ ਕੋਲੋਂ ਤੇ ਫਿਰ ਲੁਕ ਗਈ ਹੋਵੇ ਤੁਸਾਂ ਤੋਂ ਭਲਾ ਅਸਾਂ ਕੁਝ ਪਾ ਦੇਣੀ ਹੈ ਸਿਰ ਤੁਹਾਡੇ ਜ਼ਬਰਦਸਤੀ ਜਦ ਤੁਸੀਂ ਬੁਰਾ ਸਮਝ ਕੇ ਨਾ ਮੰਨਣਾ ਚਾਹੋ ਤੇ ਇਹ ਮੇਰੀ ਕੌਮ ਨਹੀਂ ਮੰਗਦਾ ਮੈਂ ਤੁਸਾਂ ਤੋਂ ਇਸ ਉੱਤੇ ਕੁਝ ਮਾਲ ਮੇਰੀ ਮਜ਼ਦੂਰੀ ਨਹੀਂ ਪਰ ਅੱਲਾ ਉੱਤੇ ਤੇ ਨਾ ਮੈਂ ਕੱਢੂਆਂ ਇਮਾਨਦਾਰਾਂ ਨੂੰ ਜਿਨ੍ਹਾਂ ਮੇਰੀ ਗੱਲ ਮੰਨੀ ਏ ਉਹਨਾਂ ਜ਼ਰੂਰ ਮਿਲਣਾ ਹੈ ਆਪਣੇ ਰੱਬ ਨੂੰ ਪਰ ਮੈਂ ਵੇਖਣਾ ਤੁਹਾਨੂੰ ਇੱਕ ਲੋਕ ਜੋ ਨਾਦਾਨੀ ਕਰਦੇ ਹੋ ਤੇ ਇਹ ਮੇਰੀ ਕੌਮ ਕੌਣ ਮਦਦ ਕਰੇਗਾ ਮੇਰੀ ਅੱਲਾ ਦੇ ਅਜ਼ਾਬੋਂ ਜੇ ਕੱਢ ਦਿਆਂ ਮੈਂ ਉਹਨਾਂ ਨੂੰ ਕਿਉਂ ਫਿਰ ਮਤ ਨਹੀਂ ਲੈਂਦੇ ਹੋ ਤੇ ਮੈਂ ਨਹੀਂ ਆਖਦਾ ਤੁਹਾਨੂੰ ਭਾਈ ਮੇਰੇ ਕੋਲ ਨੇ ਖਜ਼ਾਨੇ ਅੱਲਾ ਦੇ ਤੇ ਨਾ ਮੈਂ ਗੈਬ ਜਾਣਨਾ ਤੇ ਨਾ ਮੈਂ ਆਖਣਾ ਭਾਈ ਮੈਂ ਜ਼ਰੂਰ ਫਰਿਸ਼ਤਾ ਤੇ ਨਾ ਮੈਂ ਆਖਣਾ ਜਿਨ੍ਹਾਂ ਨੂੰ ਕਮੀ ਜਾਣਦੇ ਨੇ ਅੱਖੀਆਂ ਤੁਹਾਡੀਆਂ ਭਾਈ ਨਾ ਹੀ ਦੇਗਾ ਉਹਨਾਂ ਨੂੰ ਅੱਲਾ ਭਲਾਈ ਅੱਲਾ ਖੂਬ ਜਾਣਦਾ ਜੋ ਉਹਨਾਂ ਦੇ ਜੀਆਂ ਵਿੱਚ ਜੇ ਮੈਂ ਇੰਝ ਆਖਾਂ ਮੈਂ ਤਦ ਜ਼ਰੂਰੀ ਜ਼ਾਲਮਾਂ ਵਿੱਚੋਂ ਆ ਆਖਿਓ ਨੇ ਇਹ ਨੂੰ ਜ਼ਰੂਰ ਝਗੜਾ ਚੁਕਾਈ ਸਾਡੇ ਨਾਲ ਫਿਰ ਬਹੁਤ ਕਰ ਚੁੱਕੇ ਝਗੜਾ ਨਾਲ ਸਾਡੇ ਹੁਣ ਲਿਆ ਅਸਾਂ ਉੱਤੇ ਜੋ ਵਾਅਦਾ ਦੇਣਾ ਸਾਨੂੰ ਜੇ ਤੂੰ ਸੱਚਾ ਹੈ ਤੇ ਆਖਿਓ ਸੂ ਲਿਆਵੇਗਾ ਤੁਸਾਂ ਉੱਤੇ ਉਸ ਨੂੰ ਨਿਰਾ ਅੱਲਾ ਜੇ ਚਾਹੇਗਾ ਤੇ ਨਹੀਂ ਤੁਸੀਂ ਉਹਨੂੰ ਥਕਾਣ ਜੋਗੇ ਤੇ ਨਾ ਨਫਾ ਦੇਗੀ ਤੁਹਾਨੂੰ ਨਸੀਹਤ ਮੇਰੀ ਜੇ ਮੈਂ ਚਾਹਾਂ ਜੋ ਨਸੀਹਤ ਕਰਾਂ ਤੁਹਾਨੂੰ ਜੇਕਰ ਅੱਲਾ ਚਾਹੁੰਦਾ ਹੋਵੇਗਾ ਜੋ ਕੋ ਰਾਹ ਪਾਏ ਤੁਹਾਨੂੰ ਉਹ ਹੈ ਰੱਬ ਤੁਹਾਡਾ ਤੇ ਉਸੇ ਵੱਲ ਮੋੜੇ ਜਾਓਗੇ ਕਿਉਂ ਆਖਦੇ ਨੇ ਇਹ ਹਬੀਬ ਝੂਠ ਜੋੜ ਲਿਆ ਸੂਏ ਕੁਰਾਨ ਤੁਸੀਂ ਆਖੋ ਜੇ ਮੈਂ ਇਹ ਝੂਠ ਜੋੜ ਲਿਆ ਤਾਂ ਮੇਰੇ ਸਿਰੇ ਗੁਨਾਹ ਮੇਰਾ ਤੇ ਮੈਂ ਅਲੱਗ ਹਾਂ ਉਸ ਤੋਂ ਜੋ ਤੁਸੀਂ ਕਰਦੇ ਹੋ ਤੇ ਹੁਕਮ ਆਇਆ ਨੂਹ ਵੱਲ ਪਈ ਉਹ ਗੱਲ ਏ ਜੇ ਕਿਸੇ ਨਹੀਂ ਮੰਨਣਾ ਤੇਰੀ ਕੌਮ ਵਿੱਚ ਹੋਣ ਪਰ ਜਿਹੜਾ ਮੰਨ ਚੁੱਕਾ ਸੋ ਮੰਨ ਚੁੱਕਾ ਸੋ ਤੂੰ ਨਾ ਗਮ ਕਰ ਉਸ ਕੰਮੋਂ ਜੋ ਕਰ ਰਹੇ ਨੇ ਤੇ ਬਣਾ ਬੇੜੀ ਰੂਬਰੂ ਅੱਖੀਆਂ ਸਾਡੀਆਂ ਦੇ ਤੇ ਨਾਲ ਸਾਡੇ ਹੁਕਮ ਦੇ ਤੇ ਨਾ ਸਿਫਾਰਿਸ਼ ਕਰੀ ਮੇਰੇ ਨਾਲ ਉਹਨਾਂ ਦੇ ਹੱਕ ਵਿੱਚ ਜਿਨ੍ਹਾਂ ਜ਼ੁਲਮ ਕੀਤਾ ਉਹਨਾਂ ਜ਼ਰੂਰ ਡੁੱਬ ਜਾਣਾ ਤੇ ਨੂਹ ਬਣਾਉਂਦਾ ਸੀ ਬੇੜੀ ਤੇ ਜਦ ਲੰਘਦੇ ਨੇ ਉਹਦੇ ਕੋਲੋਂ ਸਰਦਾਰ ਉਹਦੀ ਕੌਮ ਦੇ ਠੱਠਾ ਕਰਦੇ ਸਨ ਉਹਨੂੰ ਆਖਿਓ ਸੂ ਜੇ ਤੁਸੀਂ ਠੱਠਾ ਕਰਦੇ ਹੋ ਸਾਨੂੰ ਤਾਂ ਅਸੀਂ ਠੱਠਾ ਕਰਨੇ ਆ ਤੁਹਾਨੂੰ ਜਿਉਂ ਤੁਸੀਂ ਠੱਠਾ ਕਰਦੇ ਹੋ ਫਿਰ ਅੱਗੋਂ ਜਾਣ ਲਓਗੇ ਕਿਹਨੂੰ ਆਉਂਦਾ ਹੈ ਅਜ਼ਾਬ ਜੋ ਖੁਆਰ ਕਰੇ ਉਹਨੂੰ ਤੇ ਉਤਰਦਾ ਉਸ ਉੱਤੇ ਅਜ਼ਾਬ ਹਮੇਸ਼ਾ ਦਾ ਜਿਹੜਾ ਟਾਲਿਆ ਨਾ ਟੱਲੇ ਇੱਥੋਂ ਤੀਕ ਜੋ ਜਦ ਆਇਆ ਹੁਕਮ ਸਾਡਾ ਤੇ ਉਬਲਿਆ ਤੰਦੂਰ ਆਖਿਆ ਅਸਾਂ ਲੱਦ ਲੈ ਇਸ ਵਿੱਚ ਹਰ ਜਿਨਸ ਦਾ ਨਰ ਮਾਦੇ ਦਾ ਜੋੜਾ ਤੇ ਟੱਬਰ ਆਪਣਾ ਪਰ ਜਿਸ ਉੱਤੇ ਪਹਿਲੇ ਨਿਕਲ ਚੁੱਕੀ ਹੈ ਗੱਲ ਤੇ ਜਿਨ ਮੰਨਿਆ ਉਹਨਾਂ ਨੂੰ ਵੀ ਆਪਣੇ ਨਾਲ ਸਵਾਰ ਕਰ ਲਾ ਤੇ ਨਾ ਸੀ ਮੰਨਿਆ ਨੂੰ ਨਾਲ ਪਰ ਥੋੜਿਆਂ ਨੇ ਤੇ ਆਖਿਓ ਸੂ ਚੜ ਬੈਠੋ ਇਸ ਵਿੱਚ ਅੱਲਾ ਦੇ ਨਾਮ ਨਾਲ ਹੀ ਤੁਰਨਾ ਉਹਦਾ ਤੇ ਠਹਿਰਨਾ ਉਹਦਾ ਮੇਰਾ ਰੱਬ ਜ਼ਰੂਰ ਹੀ ਬਖਸ਼ਨਾਰ ਮਿਹਰਬਾਨ ਹੈ ਤੇ ਉਹ ਤੁਰਦੀ ਉਹਨਾਂ ਸਮੇਤ ਪਹਾੜਾਂ ਜੱਡੀ ਠਾਠ ਵਿੱਚ ਤੇ ਸਦਿਆ ਨੂੰ ਨੇ ਆਪਣੇ ਪੁੱਤਰ ਨੂੰ ਤੇ ਉਹ ਇੱਕ ਪਾਸੇ ਸੀ ਇਹ ਬਚੜਾ ਚੜ ਬੈਠ ਨਾਲ ਸਾਡੇ ਤੇ ਨਾ ਰਹੋ ਬੇਈਮਾਨਾਂ ਨਾਲ ਆਖਣ ਲਗਾ ਮੈਂ ਹੁਣੇ ਥਾਂ ਲੈ ਲਾਂਗਾ ਪਹਾੜ ਵੱਲ ਜੋ ਬਚਾਵੇਗਾ ਮੈਨੂੰ ਪਾਣੀ ਤੋਂ ਆਖਿਓ ਸੂ ਕੋਈ ਨਹੀਂ ਬਚਾਉਣ ਜੋਗਾ ਅੱਜ ਅੱਲਾ ਦੇ ਹੁਕਮ ਤੋਂ ਯਾਨੀ ਪਾਣੀ ਤੋਂ ਪਰ ਜਿਸ ਉੱਤੇ ਮਿਹਰ ਕਰੇ ਤੇ ਪਰਦਾ ਹੋ ਗਈ ਦੋਵਾਂ ਵਿੱਚ ਠਾਠ ਫਿਰ ਹੋ ਗਿਆ ਪੁੱਤਰ ਡੁੱਬਿਆ ਹੋਇਆ ਸੀ ਤੇ ਹੁਕਮ ਹੋਇਆ ਇਹ ਜ਼ਮੀਨ ਨਿਕਲ ਜਾ ਪਾਣੀ ਆਪਣਾ ਤੇ ਇਹ ਆਸਮਾਨ ਥੰਮ ਜਾ ਤੇ ਸੁੱਕ ਗਿਆ ਪਾਣੀ ਤੇ ਨਿਬੜ ਚੁੱਕਾ ਕੰਮ ਤੇ ਠਹਿਰ ਗਈ ਬੇੜੀ ਜੂਦੀ ਪਹਾੜ ਉੱਤੇ ਤੇ ਆਖਿਆ ਗਿਆ ਦੂਰ ਹੋ ਗਏ ਲੋਕ ਜ਼ਾਲਿਮ ਤੇ ਪੁਕਾਰਿਆ ਨੂਹ ਨੇ ਆਪਣੇ ਰੱਬ ਨੂੰ ਫਿਰ ਆਖਿਓ ਸੂ ਮੇਰੇ ਰੱਬਾ ਮੇਰਾ ਪੁੱਤਰ ਜ਼ਰੂਰ ਮੇਰੇ ਟੱਬਰ ਵਿੱਚੋਂ ਸੀ ਤੇ ਤੇਰਾ ਵਾਅਦਾ ਜ਼ਰੂਰ ਸੱਚਾ ਹੈ ਤੇ ਤੂੰ ਚੰਗਾ ਹਾਕਮ ਹੈ ਸਭ ਹਾਕਮਾਂ ਤੋਂ ਫਰਮਾਇਆ ਇਹ ਨੂੰ ਉਹ ਜ਼ਰੂਰ ਨਹੀਂ ਤੇਰੇ ਟੱਬਰ ਵਿੱਚੋਂ ਸੀ ਉਹਦਾ ਕਰਤੱਵ ਚੰਗਾ ਨਹੀਂ ਸੀ ਫਿਰ ਨਾ ਸਵਾਲ ਕਰ ਮੈਨੂੰ ਜਿਸ ਗੱਲ ਦੀ ਹਕੀਕਤ ਦੀ ਤੈਨੂੰ ਖਬਰ ਨਹੀਂ ਮੈਂ ਜ਼ਰੂਰ ਨਸੀਹਤ ਕਰਨਾ ਤੈਨੂੰ ਤਾਂ ਨਾ ਹੋ ਜਾਵੇਂ ਤੂੰ ਅਣਜਾਣਾ ਵਿੱਚੋਂ ਨੂੰ ਆਖਿਓ ਸੂ ਮੇਰੇ ਰੱਬਾ ਮੈਂ ਜ਼ਰੂਰ ਤੇਰੀ ਪਨਾਹ ਮੰਗਣਾ ਇਸ ਤੋਂ ਜੋ ਸਵਾਲ ਕਰਾਂ ਤੈਨੂੰ ਜਿਸ ਗੱਲ ਦੀ ਨਹੀਂ ਹੈ ਮੈਨੂੰ ਖਬਰ ਤੇ ਜੇ ਨਾ ਬਖਸ਼ੇਗਾ ਮੈਨੂੰ ਤੇ ਨਾ ਮਿਹਰ ਕਰੇਗਾ ਮੇਰੇ ਉੱਤੇ ਤਾਂ ਹੋ ਜਾਵਾਂਗਾ ਘਾਟੇ ਵਾਲਿਆਂ ਵਿੱਚੋਂ ਹੁਕਮ ਹੋਇਆ ਐ ਨੂੰ ਉੱਤਰ ਬਹੁ ਸਲਾਮਤੀ ਨਾਲ ਸਾਡੇ ਵੱਲੋਂ ਤੇ ਬਰਕਤਾਂ ਹਨ ਤੇਰੇ ਉੱਤੇ ਤੇ ਹੋਰ ਕਈ ਗਰੋਹਾਂ ਉੱਤੇ ਜਿਹੜੇ ਨਾਲ ਨੇ ਤੇਰੇ ਤੇ ਕਈ ਗਰੋਹ ਅਜਿਹੇ ਵੀ ਨੇ ਫਾਇਦਾ ਦੇਵਾਂਗੇ ਉਹਨਾਂ ਨੂੰ ਅਸੀਂ ਕੁਝ ਮੁੱਦਤ ਫਿਰ ਪਹੁੰਚੇਗੀ ਉਹਨਾਂ ਨੂੰ ਸਾਡੇ ਵੱਲੋਂ ਦੁੱਖ ਦੀ ਮਾਰ ਐ ਹਬੀਬ ਇਹ ਹੀ ਗੈਬ ਦੀਆਂ ਖਬਰਾਂ ਵਿੱਚੋਂ ਜੋ ਭੇਜਨੇ ਅਸੀਂ ਤੇਰੇ ਵੱਲ
ਜਾਣਦਾ ਨਹੀਂ ਸੈਂ ਇਹਨਾਂ ਨੂੰ ਤੂੰ ਤੇ ਨਾ ਕੌਮ ਤੇਰੀ ਪਹਿਲੇ ਇਸ ਦੇ। ਸੋ ਸਹਿੰਦਾ ਰਹਿ, ਜ਼ਰੂਰ ਅੰਤ ਭਲਾ ਹੈ ਬਚਣ ਵਾਲਿਆਂ ਦਾ। ਤੇ ਭੇਜਿਆ ਆਦ ਵੱਲ ਭਰਾ ਉਹਨਾਂ ਦਾ ਹੂਦ, ਆਖਿਓ ਸੂ ਐ ਮੇਰੀ ਕੌਮ ਪੂਜੋ ਅੱਲਾ ਨੂੰ, ਨਹੀਂ ਤੁਸਾਂ ਲਈ ਕੋਈ ਲਾਇਕ ਪੂਜਾ ਦੇ ਸਵਾ ਉਹਦੇ, ਨਹੀਂ ਹੋ ਤੁਸੀਂ ਭਰਚੂਰ ਜੋੜਨ ਵਾਲੇ। ਇਹ ਕੌਮ ਮੇਰੀ ਨਹੀਂ ਮੰਗਦਾ ਮੈਂ ਤੁਸਾਂ ਤੋਂ ਇਸ ਉੱਤੇ ਕੁਝ ਮਜ਼ਦੂਰੀ, ਨਹੀਂ ਮਜ਼ਦੂਰੀ ਮੇਰੀ ਪਰ ਉਹਦੇ ਜ਼ਿੰਮੇ ਜਿਨ ਪੈਦਾ ਕੀਤਾ ਮੈਨੂੰ, ਕਿਉਂ ਫਿਰ ਅਕਲ ਨਹੀਂ ਕਰਦੇ ਹੋ। ਤੇ ਇਹ ਮੇਰੀ ਕੌਮ ਬਖਸ਼ਿਸ਼ ਮੰਗ ਰੱਬ ਆਪਣੇ ਤੋਂ, ਫਿਰ ਤੋਬਾ ਕਰ ਰੱਬ ਉਸ ਅੱਗੇ, ਛੱਡ ਦੇਗਾ ਅਸਮਾਨ ਦੀਆਂ ਤੁਸਾਂ ਉੱਤੇ ਧਾਰਾਂ ਤੇ ਬਹੁਤ ਮੀਂਹ ਵਸਾਏਗਾ, ਤੇ ਵਧੇਰਾ ਦੇਗਾ ਤੁਹਾਨੂੰ ਜ਼ੋਰ ਉੱਤੇ ਜ਼ੋਰ, ਤੇ ਨਾ ਫਿਰ ਜਾਓ ਗੁਨਾਹਗਾਰ ਹੋ ਕੇ। ਆਖਿਓ ਨੇ ਇਹ ਹੂਦ ਨਹੀਂ ਲਿਆਂਦੀ ਅਸਾਂ ਕੋਲ ਕੋਈ ਦਲੀਲ, ਤੇ ਨਾ ਅਸੀਂ ਛੱਡੂ ਹਾਂ ਮਾਬੂਦਾਂ ਆਪਣਿਆਂ ਨੂੰ ਤੇਰੇ ਆਖਣ ਨਾਲ, ਤੇ ਨਾ ਤੈਨੂੰ ਅਸਾਂ ਮੰਨਣਾ ਹੈ। صدق الله العظيم। ਨਹੀਂ ਆਖਦੇ ਅਸੀਂ ਕੁਝ ਹੋਰ, ਪਰ ਪੈ ਗਈ ਏ ਤੈਨੂੰ ਸਾਡੇ ਕਿਸੇ ਮਾਬੂਦ ਦੀ ਮਾਰ। ਆਖਿਓ ਸੂ ਮੈਂ ਜ਼ਰੂਰ ਗਵਾਹ ਕਰਨਾ ਅੱਲਾ ਨੂੰ, ਤੇ ਤੁਸੀਂ ਗਵਾਹ ਰਹੋ ਜੋ ਮੈਂ ਬੇਜ਼ਾਰ ਹਾਂ ਉਸ ਤੋਂ ਜਿਸ ਨੂੰ ਤੁਸੀਂ ਸ਼ਰੀਕ ਬਣਾਉਂਦੇ ਹੋ ਸਿਵਾ ਉਹਦੇ। ਸੋ ਦਾ ਲਾ ਲਓ ਮੈਨੂੰ ਸਾਰੇ ਤੇ ਦਮ ਨਾ ਲੈਣ ਦਿਓ ਮੈਨੂੰ। ਮੈਂ ਜ਼ਰੂਰ ਭਰੋਸਾ ਕੀਤਾ ਅੱਲਾ ਉੱਤੇ ਜੋ ਰੱਬ ਏ ਮੇਰਾ ਤੇ ਰੱਬ ਏ ਤੁਹਾਡਾ। ਨਹੀਂ ਕੋਈ ਜਾਨਦਾਰ ਪਰ ਰੱਬ ਨੇ ਫੜੀ ਹੋਈ ਏ ਬੋਦੀ ਉਸ ਦੀ, ਜ਼ਰੂਰ ਮੇਰਾ ਰੱਬ ਏ ਸਿੱਧੇ ਰਾਹ ਉੱਤੇ। ਫੇਰ ਜੇ ਫਿਰ ਜਾਓਗੇ ਤਾਂ ਮੈਂ ਪਹੁੰਚਾ ਚੁੱਕਾ ਤੁਹਾਨੂੰ ਜੋ ਹੁਕਮ ਦੇ ਕੇ ਮੈਨੂੰ ਭੇਜਿਆ ਗਿਆ ਸੀ ਤੁਸਾਂ ਵੱਲ, ਤੇ ਤੁਹਾਡੇ ਥਾਂ ਲਿਆਵੇਗਾ ਰੱਬ ਮੇਰਾ ਹੋਰ ਲੋਕ, ਤੇ ਨਾ ਵਿਗਾੜ ਸਕੋਗੇ ਤੁਸੀਂ ਉਹਦਾ ਕੁਝ। ਮੇਰਾ ਰੱਬ ਜ਼ਰੂਰ ਹਰ ਕਾਸੇ ਦਾ ਨਿਗਹਿਬਾਨ ਹੈ। ਤੇ ਜਦ ਆਇਆ ਹੁਕਮ ਸਾਡਾ ਬਚਾ ਦਿੱਤਾ ਅਸਾਂ ਹੂਦ ਨੂੰ ਤੇ ਜਿਹੜੇ ਇਮਾਨਦਾਰ ਹੋਏ ਸਨ ਉਸ ਨਾਲ ਮਿਹਰ ਨਾਲ ਆਪਣੇ ਵੱਲੋਂ, ਤੇ ਬਚਾ ਦਿੱਤਾ ਅਸਾਂ ਉਹਨਾਂ ਨੂੰ ਸਖਤ ਅਜ਼ਾਬੋਂ। ਤੇ ਇਹ ਨੇ ਆਦ ਜਿਨ੍ਹਾਂ ਨਾ ਮੰਨੀਆਂ ਨਿਸ਼ਾਨੀਆਂ ਆਪਣੇ ਰੱਬ ਦੀਆਂ, ਤੇ ਹੁਕਮ ਮੋੜਿਓ ਨੇ ਉਹਦੇ ਪੈਗੰਬਰਾਂ ਦਾ, ਤੇ ਹੁਕਮ ਉੱਤੇ ਤੁਰੇ ਹਰ ਇੱਕ ਧੱਕੇ ਖੋਰੇ ਜ਼ਿੱਦੀ ਦੇ, ਤੇ ਮਗਰ ਲੱਗ ਪਿਓ ਨੇ ਇਸ ਦੁਨੀਆ ਵਿੱਚ ਫਟਕਾਰ ਤੇ ਦਿਨ ਕਿਆਮਤ ਦੇ ਵੀ। ਸੁਣ ਲਓ ਜ਼ਰੂਰ ਆਦ ਨੇ ਨਾ ਮੰਨਿਆ ਰੱਬ ਆਪਣੇ ਨੂੰ, ਸੁਣ ਲਓ ਫਟਕਾਰ ਆਦ ਨੂੰ ਜੋ ਕੌਮ ਹੈ ਹੂਦ ਦੀ। ਤੇ ਭੇਜਿਆ ਅਸਾਂ ਸਮੂਦ ਵੱਲ ਭਰਾ ਉਹਨਾਂ ਦਾ ਸਾਲੇ, ਆਖਿਓ ਸੂ ਐ ਮੇਰੀ ਕੌਮ ਪੂਜੋ ਅੱਲਾ ਨੂੰ, ਨਹੀਂ ਤੂੰ ਸਾਡੇ ਲਈ ਕੋਈ ਲਾਇਕ ਪੂਜਾ ਦੇ ਸਵਾ ਉਹਦੇ। ਉਸੇ ਨੇ ਪੈਦਾ ਕੀਤਾ ਤੁਹਾਨੂੰ ਜ਼ਮੀਨ ਤੋਂ ਤੇ ਵਸਾਇਆ ਤੁਹਾਨੂੰ ਉਸ ਵਿੱਚ, ਸੋ ਮਾਫੀ ਚਾਹੋ ਉਸ ਤੋਂ ਤੇ ਤੋਬਾ ਕਰੋ ਉਸ ਅੱਗੇ। ਮੇਰਾ ਰੱਬ ਜ਼ਰੂਰ ਨੇੜੇ ਹੈ ਦੁਆ ਕਬੂਲ ਕਰਨ ਵਾਲਾ। ਆਖਿਓ ਨੇ ਐ ਸਾਲੇ ਸਾਨੂੰ ਤੇਰੇ ਉੱਤੇ ਬੜੀ ਉਮੀਦ ਸੀ ਪਹਿਲੇ ਇਸ ਦੇ, ਕਿਉਂ ਮਨਾ ਕਰਨਾ ਸਾਨੂੰ ਪੂਜਣ ਤੋਂ ਜਿਸ ਨੂੰ ਪੂਜਦੇ ਰਹੇ ਪਿਓ ਦਾਦੇ ਸਾਡੇ, ਤੇ ਸਾਨੂੰ ਜ਼ਰੂਰ ਬੇਕਰਾਰ ਕਰਨ ਵਾਲਾ ਸ਼ੁਬਾ ਹੈ ਉਸ ਗੱਲ ਵਿੱਚ ਜਿਸ ਵੱਲ ਸਦਨਾ ਹੈ ਸਾਨੂੰ। ਆਖਿਓ ਸੂ ਐ ਮੇਰੀ ਕੌਮ ਦੱਸੋ ਮੈਨੂੰ, ਜੇ ਮੈਂ ਹੋਵਾਂ ਸਾਫ਼ ਦਲੀਲ ਉੱਤੇ ਆਪਣੇ ਰੱਬ ਵੱਲੋਂ ਤੇ ਦਿੱਤੀ ਹੋ ਸੂ ਮੈਨੂੰ ਆਪਣੇ ਵੱਲੋਂ ਮਿਹਰ, ਫਿਰ ਕੌਣ ਮਦਦ ਕਰੇ ਮੇਰੀ ਅੱਲਾ ਦੇ ਅਜ਼ਾਬੋਂ ਜੇ ਹੁਕਮ ਮੋੜਾ ਮੈਂ ਉਹਦਾ। ਸੋ ਕੁਝ ਨਹੀਂ ਵਧਾਉਂਦੇ ਹੋ ਮੇਰਾ ਸਿਵਾ ਘਾਟੇ ਵਿੱਚ ਪਾਣੇ ਦੇ। ਤੇ ਇਹ ਕੌਮ ਮੇਰੀ ਇਹ ਊਠਣੀ ਅੱਲਾ ਦੀ ਤੁਸਾਂ ਵਾਸਤੇ ਨਿਸ਼ਾਨੀ, ਸੋ ਛੱਡ ਦਿਓ ਇਸ ਨੂੰ ਚੁਗੇ ਅੱਲਾ ਦੀ ਜ਼ਮੀਨ ਵਿੱਚ, ਤੇ ਨਾ ਛੇੜਿਓ ਇਸ ਨੂੰ ਬੁਰੀ ਤਰ੍ਹਾਂ, ਤਾਂ ਪਕੜੇਗਾ ਤੁਹਾਨੂੰ ਅਜ਼ਾਬ ਨੇੜੇ ਦਾ। ਫਿਰ ਖੁੱਚਾਂ ਵੱਡੀਆਂ ਨੇ ਉਹਦੀਆਂ, ਤਾਂ ਆਖਿਓ ਸੂ ਸਾਲੇ ਨੇ ਫਾਇਦਾ ਪਾ ਲਓ ਆਪਣੇ ਘਰਾਂ ਵਿੱਚ 3 ਦਿਨ, ਇਹ ਮਿਆਦ ਏ ਨਹੀਂ ਝੂਠ ਹੋਣੀ ਜਿਹੜੀ। ਫਿਰ ਜਦ ਆਇਆ ਹੁਕਮ ਸਾਡਾ ਬਚਾ ਦਿੱਤਾ ਅਸਾਂ ਸਾਲੇ ਨੂੰ ਤੇ ਜਿਹੜੇ ਇਮਾਨਦਾਰ ਬਣੇ ਉਸ ਨਾਲ ਮਿਹਰ ਨਾਲ ਆਪਣੇ ਵੱਲੋਂ ਤੇ ਉਸ ਦਿਨ ਦੀ ਭੰਡੀ ਤੋਂ। ਜ਼ਰੂਰ ਤੇਰਾ ਰੱਬ ਕੁਵਤ ਵਾਲਾ ਜ਼ੋਰਾਵਰ। ਤੇ ਫੜਿਆ ਜ਼ਾਲਮਾਂ ਨੂੰ ਸਖਤ ਚੀਕ ਨੇ, ਫਿਰ ਫਜਰ ਨੂੰ ਹੋ ਗਏ ਆਪਣੇ ਘਰਾਂ ਵਿੱਚ ਮੁਰਦੇ ਮੂੰਦੇ ਪਏ ਹੋਏ, ਜਿਉਂ ਕਦੇ ਨਹੀਂ ਸਨ ਉੱਥੇ ਵਸਦੇ। ਸੁਣ ਲਓ ਜ਼ਰੂਰ ਸਮੂਦ ਨੇ ਨਾ ਮੰਨਿਆ ਆਪਣੇ ਰੱਬ ਨੂੰ, ਸੁਣ ਲਓ ਦੂਰ ਸੁੱਟੇ ਗਏ ਸਮੂਦ। ਤੇ ਜ਼ਰੂਰ ਆਏ ਫਰਿਸ਼ਤੇ ਸਾਡੇ ਇਬਰਾਹੀਮ ਕੋਲ ਖੁਸ਼ਖਬਰੀ ਲੈ ਕੇ, ਆਖਿਓ ਨੇ ਸਲਾਮ ਆਖਨੇ ਆ। ਆਖਿਓ ਸੂ ਸਲਾਮ ਹੈ ਤੁਸਾਂ ਤੇ ਵੀ। ਫਿਰ ਦੇਰ ਨਾ ਕੀਤੀ ਸੂ ਜੋ ਲੈ ਆਇਆ ਬੱਚਾ ਭੁੱਜਾ ਹੋਇਆ। ਫਿਰ ਜਦ ਵੇਖਿਓ ਸੂ ਹੱਥ ਉਹਨਾਂ ਦੇ ਨਹੀਂ ਪਹੁੰਚਦੇ ਉਧਰ, ਓਪਰੇ ਜਾਤੋ ਸੂ ਉਹਨਾਂ ਨੂੰ, ਤੇ ਜੀ ਵਿੱਚ ਡਰ ਆਇਓ ਸੂ ਉਹਨਾਂ ਤੋਂ। ਉਹਨਾਂ ਆਖਿਆ ਨਾ ਡਰ, ਅਸੀਂ ਭੇਜੇ ਗਏ ਹਾਂ ਲੂਤ ਦੀ ਕੌਮ ਵੱਲ ਅਜ਼ਾਬ ਲੈ ਕੇ। ਤੇ ਬੀਵੀ ਵੀ ਉਹਦੀ ਖਲੋਤੀ ਸੀ, ਉਹ ਹੱਸ ਪਈ। ਫਿਰ ਖੁਸ਼ਖਬਰੀ ਦਿੱਤੀ ਅਸਾਂ ਉਹਨੂੰ ਇਸਾਕ ਦੀ, ਤੇ ਇਸਾਕ ਦੇ ਪਿੱਛੋਂ ਯਾਕੂਬ ਦੀ। ਆਖਣ ਲੱਗੀ ਹੈ ਮੈਨੂੰ ਭਲਾ ਮੈਂ ਜਣਾਂਗੀ, ਨਾਲੇ ਮੈਂ ਆ ਬੁੱਢੀ ਤੇ ਇਹ ਮੇਰਾ ਖਸਮ ਵੀ ਬੁੱਢਾ ਹੈ। ਇਹ ਗੱਲ ਜ਼ਰੂਰ ਹੀ ਅਚਰਜ ਹੈ।
ਫਰਿਸ਼ਤਿਆਂ ਆਖਿਆ, ਕਿਉਂ ਚਰਜ ਜਾਣਨੀ ਅੱਲਾ ਦੇ ਹੁਕਮ ਨੂੰ? ਮਿਹਰ ਹੋਵੇ ਅੱਲਾ ਦੀ ਤੇ ਬਰਕਤਾਂ ਉਹਦੀਆਂ ਤੁਸਾਂ ਉੱਤੇ। ਇਹ ਘਰ ਵਾਲਿਓ, ਉਹ ਜ਼ਰੂਰ ਸਲਾਹਿਆ ਹੋਇਆ ਹੈ ਵਡਿਆਈ ਵਾਲਾ। ਫੇਰ ਜਦ ਜਾਂਦਾ ਰਿਹਾ ਇਬਰਾਹੀਮ ਤੋਂ ਡਰ ਤੇ ਔਲਾਦ ਦੀ ਮਿਲਿਓ ਸੂ ਖੁਸ਼ਖਬਰੀ, ਝਗੜਨ ਲਗਾ ਸਾਡੇ ਨਾਲ, ਲੂਤ ਦੀ ਕੌਮ ਬਾਰੇ ਸ਼ਫਾਅਤ ਕਰਨ ਲਗਾ। ਇਬਰਾਹੀਮ ਜ਼ਰੂਰ ਹੀ ਨਰਮ ਦਿਲ ਅੱਲਾ ਵੱਲ ਮੁੜ ਆਉਣ ਵਾਲਾ ਸੀ। ਇਹ ਇਬਰਾਹੀਮ ਜਾਣਦੇ ਇਸ ਗੱਲ ਨੂੰ। ਗੱਲ ਇਉਂ ਹੈ ਜੋ ਜ਼ਰੂਰ ਆ ਚੁੱਕਾ ਹੈ ਹੁਕਮ ਤੇਰੇ ਰੱਬ ਦਾ, ਤੇ ਇਹ ਜੋ ਲੋਕ ਨੇ ਜ਼ਰੂਰ ਆਉਣ ਵਾਲਾ ਹੈ ਇਹਨਾਂ ਨੂੰ ਅਜ਼ਾਬ ਜੋ ਮੋੜਿਆ ਨਹੀਂ ਜਾਣਾ। ਤੇ ਜਦ ਆਏ ਫਰਿਸ਼ਤੇ ਸਾਡੇ ਲੂਤ ਕੋਲ, ਅਜ਼ੁਰਦਾ ਹੋਇਆ ਉਹਨਾਂ ਦੇ ਸਬਬੋਂ ਤੇ ਦਿਲੋਂ ਤੰਗ ਹੋਇਆ ਉਹਨਾਂ ਦੇ ਸਬਬੋਂ, ਤੇ ਆਖਿਓ ਸੂ ਇਹ ਦਿਨ ਹੈ ਸਖਤ ਇਹਨਾਂ ਮਹਿਮਾਨਾਂ ਦੇ ਆਉਣ ਦੀ ਵਜ੍ਹਾ ਨਾਲ। ਤੇ ਆ ਗਈ ਕੋਲ ਉਹਦੇ ਕੌਮ ਉਹਦੀ ਬੇਇਖਤਿਆਰ ਦੌੜਦੀ ਹੋਈ, ਤੇ ਪਹਿਲੇ ਇਸ ਤੋਂ ਹੀ ਕਰਦੇ ਸਨ ਬਦਕਾਰੀਆਂ ਇਹੋ ਜਿਹੀਆਂ। ਆਖਿਓ ਸੂ ਇਹ ਮੇਰੀ ਕੌਮ, ਇਹ ਨੇ ਮੌਜੂਦ ਧੀਆਂ ਮੇਰੀਆਂ, ਇਹ ਪਾਕ ਨੇ ਤੁਸਾਂ ਲਈ, ਸੋ ਬਚੋ ਅੱਲਾ ਤੋਂ ਤੇ ਨਾ ਖੁਆਰ ਕਰੋ ਮੈਨੂੰ ਮੇਰੇ ਪ੍ਰਾਹੁਣਿਆਂ ਵਿੱਚ। ਭਲਾ ਨਹੀਂ ਹੈ ਤੁਸਾਂ ਵਿੱਚੋਂ ਇੱਕ ਮਰਦ ਵੀ ਹੋਸ਼ ਵਾਲਾ? ਆਖਿਓ ਨੇ ਜ਼ਰੂਰ ਤੂੰ ਜਾਣ ਚੁੱਕਾ ਹੈ, ਪਰ ਨਹੀਂ ਸਾਨੂੰ ਧੀਆਂ ਤੇਰੀਆਂ ਦੀ ਕੁਝ ਲੋੜ, ਤੇ ਤੂੰ ਜ਼ਰੂਰ ਹੀ ਜਾਣਨਾ ਹੈ ਜੋ ਅਸੀਂ ਚਾਹੁੰਦੇ ਹਾਂ। ਆਖਿਓ ਸੂ ਜੇ ਕਦੇ ਚੱਲਦਾ ਮੇਰਾ ਤੁਸਾਂ ਨਾਲ ਜ਼ੋਰ, ਜਾਂ ਮੈਨੂੰ ਥਾਂ ਜੁੜਦਾ ਕਿਸੇ ਕੋਲਵੇਂ ਜ਼ੋਰ ਆਵਰ ਕੋਲ, ਤਾਂ ਮੈਂ ਤੁਹਾਨੂੰ ਸਿੱਧਾ ਕਰ ਦਿੰਦਾ। ਆਖਿਓ ਨੇ ਇਹ ਲੂਤ ਅਸੀਂ ਭੇਜੇ ਹੋਏ ਹਾਂ ਤੇਰੇ ਰੱਬ ਦੇ, ਹਰਗਿਜ਼ ਨਾ ਪਹੁੰਚਣਗੇ ਤੇਰੇ ਤੀਕ। ਤੂੰ ਲੈ ਜਾ ਘਰਦਿਆਂ ਆਪਣਿਆਂ ਨੂੰ, ਕੁਝ ਰਾਤ ਰਹੇ ਤੇ ਨਾ ਭੌਂਕੇ ਵੇਖੇ ਤੁਸਾਂ ਵਿੱਚੋਂ ਕੋਈ ਸਵਾਲ ਔਰਤ ਤੇਰੀ ਦੇ ਜਿਹੜੀ ਨਾਲ ਨਹੀਂ ਜਾਏਗੀ ਤੇਰੇ। ਇਉਂ ਗੱਲ ਏ ਜੇ ਪਹੁੰਚਣ ਵਾਲਾ ਏ ਇਹਨੂੰ ਜੋ ਪਹੁੰਚਿਆ ਏ ਉਹਨਾਂ ਨੂੰ, ਜ਼ਰੂਰ ਉਹਨਾਂ ਦੇ ਵਾਅਦੇ ਦਾ ਵਕਤ ਹੈ ਫਜਰ ਵੇਲਾ। ਕਿਉਂ ਨਹੀਂ ਇਹ ਫਜਰ ਨੇੜੇ ਨਹੀਂ? ਫਿਰ ਜਦ ਆਇਆ ਹੁਕਮ ਸਾਡਾ, ਕਰ ਦਿੱਤੀ ਅਸਾਂ ਉਹਨਾਂ ਬਸਤੀਆਂ ਨੂੰ ਹੇਠਲੀ ਉੱਤੇ, ਤੇ ਵਸਾਏ ਅਸਾਂ ਉਹਨਾਂ ਪਿੰਡਾਂ ਉੱਤੇ ਪੱਥਰ ਖਿੰਗਰ ਦੇ, ਤਾਬੜ ਤੋੜ ਪੱਥਰ ਨਿਸ਼ਾਨ ਲੱਗੇ ਹੋਏ ਤੇਰੇ ਰੱਬ ਵੱਲੋਂ, ਤੇ ਨਹੀਂ ਇਹ ਸਜ਼ਾ ਇਹਨਾਂ ਜ਼ਾਲਮਾਂ ਤੋਂ ਕੁਝ ਦੂਰ। ਤੇ ਭੇਜਿਆ ਅਸਾਂ ਮਦੀਨ ਵੱਲ ਭਰਾ ਉਹਨਾਂ ਦਾ ਸ਼ੁਐਬ। ਆਖਿਓ ਸੂ ਇਹ ਮੇਰੀ ਕੌਮ, ਪੂਜੋ ਅੱਲਾ ਨੂੰ, ਨਹੀਂ ਤੁਸਾਂ ਲਈ ਕੋਈ ਲਾਇਕ ਪੂਜਾ ਦੇ ਸਵਾ ਉਹਦੇ, ਤੇ ਨਾ ਘਟਾਓ ਟੋਪਾ ਤੇ ਤਰਕੜੀ। ਜ਼ਰੂਰ ਮੈਂ ਵੇਖਣਾ ਤੁਹਾਨੂੰ ਆਸੂਦਗੀ ਵਿੱਚ, ਤੇ ਜ਼ਰੂਰ ਮੈਨੂੰ ਡਰ ਹੈ ਤੁਸਾਂ ਉੱਤੇ ਘੇਰਨ ਵਾਲੇ ਦਿਨ ਦੇ ਅਜ਼ਾਬ ਦਾ। ਤੇ ਇਹ ਮੇਰੀ ਕੌਮ, ਪੂਰਾ ਕਰੋ ਟੋਪਾ ਤੇ ਤਰਕੜੀ ਇਨਸਾਫ ਨਾਲ, ਤੇ ਨਾ ਘਟਾ ਦਿਓ ਲੋਕਾਂ ਨੂੰ ਚੀਜ਼ਾਂ ਉਹਨਾਂ ਦੀਆਂ, ਤੇ ਨਾ ਫਿਰੋ ਮੁਲਕ ਵਿੱਚ ਫਸਾਦ ਮਚਾਉਂਦੇ। ਬਾਕੀ ਰੱਖਿਆ ਹੋਇਆ ਅੱਲਾ ਦਾ ਚੰਗਾ ਹੈ ਤੁਸਾਂ ਲਈ, ਜੇ ਤੁਸੀਂ ਮੰਨਣ ਵਾਲੇ ਹੋ। ਨਹੀਂ ਮੈਂ ਤੁਸਾਂ ਉੱਤੇ ਕੁਝ ਰਾਖਾ। ਆਖਿਓ ਨੇ ਐ ਸ਼ੁਐਬ, ਭਲਾ ਤੇਰੀ ਨਮਾਜ਼ ਤੈਨੂੰ ਹੁਕਮ ਕਰਦੀ ਏ ਪਈ ਅਸੀਂ ਛੱਡ ਦਈਏ ਜਿਸ ਨੂੰ ਪੂਜਦੇ ਰਹੇ ਨੇ ਪਿਓ ਦਾਦੇ ਸਾਡੇ, ਜਾਂ ਛੱਡ ਦਈਏ ਕਰਨਾ ਆਪਣੇ ਮਾਲਾਂ ਵਿੱਚ ਜੋ ਚਾਹੀਏ? ਤੂੰ ਵੀ ਇਹ ਜ਼ਰੂਰ ਜਿਗਰੇ ਵਾਲਾ ਨੇਕ ਚਾਲ। ਆਖਿਓ ਸੂ ਐ ਮੇਰੀ ਕੌਮ, ਦੱਸੋ ਮੈਨੂੰ ਜੋ ਹੋਇਆ ਮੈਂ ਦਲੀਲ ਉੱਤੇ ਆਪਣੇ ਰੱਬ ਵੱਲੋਂ, ਤੇ ਦਿੱਤੀ ਸੂ ਮੈਨੂੰ ਆਪਣੇ ਵੱਲੋਂ ਰੋਜ਼ੀ ਸੋਹਣੀ, ਤੇ ਮੈਂ ਨਹੀਂ ਚਾਹੁੰਦਾ ਤੁਸਾਂ ਤੋਂ ਛੁਡਵਾ ਕੇ ਆਪ ਜਾਣਾ ਉਸ ਕੰਮ ਵੱਲ ਜਿਸ ਤੋਂ ਮਨਾ ਕਰਨਾ ਤੁਹਾਨੂੰ। ਮੈਂ ਨਹੀਂ ਚਾਹੁੰਦਾ, ਪਰ ਸਵਾਰਨਾ ਜਿੱਥੋਂ ਤੀਕ ਮੇਰਾ ਜ਼ੋਰ ਚੱਲੇ, ਕਿ ਮੇਰੀ ਤੌਫੀਕ ਨਹੀਂ, ਪਰ ਅੱਲਾ ਦੀ ਮਦਦ ਨਾਲ ਉਸੇ ਹੀ ਉੱਤੇ ਮੈਂ ਭਰੋਸਾ ਕੀਤਾ ਤੇ ਉਸੇ ਹੀ ਵਾਲੇ ਮੁੜਨਾ। ਤੇ ਇਹ ਮੇਰੀ ਕੌਮ, ਨਾ ਖਟਵਾਏ ਤੁਹਾਨੂੰ ਦੁਸ਼ਮਣੀ ਮੇਰੀ, ਇਹ ਜੋ ਪਹੁੰਚੇ ਤੁਹਾਨੂੰ ਉਸ ਵਾਂਗੂ ਜੋ ਪਹੁੰਚਿਆ ਸੀ ਨੂਹ ਦੀ ਕੌਮ ਨੂੰ, ਜਾਂ ਹੂਦ ਦੀ ਕੌਮ ਨੂੰ, ਜਾਂ ਸਾਲੇ ਦੀ ਕੌਮ ਨੂੰ, ਤੇ ਨਹੀਂ ਕੌਮ ਲੂਤ ਦੀ ਤੁਸਾਂ ਤੋਂ ਕੁਛ ਦੂਰ ਵੀ। ਤੇ ਬਖਸ਼ਵਾਓ ਆਪਣੇ ਰੱਬ ਤੋਂ, ਫਿਰ ਤੋਬਾ ਕਰੋ ਹੋ ਸਕੇ। ਮੇਰਾ ਰੱਬ ਜ਼ਰੂਰ ਮਿਹਰਬਾਨ ਹੈ, ਦੋਸਤ ਰੱਖਣ ਵਾਲਾ। ਆਖਿਓ ਨੇ ਐ ਸ਼ੁਐਬ, ਅਸੀਂ ਨਹੀਂ ਸਮਝਦੇ ਬਹੁਤ ਗੱਲਾਂ ਜੋ ਤੂੰ ਆਖਣਾ ਹੈ, ਤੇ ਅਸੀਂ ਜ਼ਰੂਰ ਹੀ ਵੇਖਣੇ ਆ ਤੈਨੂੰ ਆਪਣੇ ਵਿੱਚ ਕਮਜ਼ੋਰ ਜਿਹਾ ਆਦਮੀ, ਤੇ ਜੇ ਕਦੇ ਨਾ ਹੁੰਦਾ ਕੋੜਮਾ ਤੇਰਾ ਤਾਂ ਵੱਟੇ ਮਾਰ ਕੇ ਮਾਰ ਦਿੰਦੇ ਅਸੀਂ ਤੈਨੂੰ, ਤੇ ਨਹੀਂ ਤੂੰ ਸਾਡੇ ਸਾਹਮਣੇ ਕੁਛ ਜ਼ੋਰਾਵਰ। ਆਖਿਓ ਸੂ ਐ ਮੇਰੀ ਕੌਮ, ਭਲਾ ਕੋੜਵੇਂ ਮੇਰੇ ਦਾ ਵਧੇਰਾ ਦਬਾਏ ਤੁਸਾਂ ਉੱਤੇ ਅੱਲਾ ਨਾਲੋਂ, ਤੇ ਪਕੜਿਆ ਜੇ ਉਸ ਨੂੰ ਆਪਣੇ ਮਗਰ ਪਿੱਛੇ ਸੁੱਟਿਆ ਹੋਇਆ। ਜਾਣ ਲਓ ਜ਼ਰੂਰ ਮੇਰੇ ਰੱਬ ਦੇ ਕਾਬੂ ਵਿੱਚ ਜੋ ਕਰਦੇ ਹੋ। ਤੇ ਐ ਮੇਰੀ ਕੌਮ, ਕੰਮ ਕਰੀ ਜਾਓ ਆਪਣੇ ਤਰੀਕੇ ਉੱਤੇ, ਮੈਂ ਵੀ ਕੰਮ ਕਰਨਾ, ਅੱਗੋਂ ਜਲਦੀ ਜਾਣ ਲਓਗੇ। ਕੌਣ ਹੈ ਜਿਸ ਉੱਤੇ ਆਉਂਦਾ ਹੈ ਅਜ਼ਾਬ ਜੋ ਖੁਆਰ ਕਰੇ ਉਸ ਨੂੰ, ਤੇ ਕੌਣ ਹੈ ਝੂਠਾ? ਤੇ ਉਡੀਕੋ ਮੈਂ ਵੀ ਤੁਹਾਡੇ ਨਾਲ ਉਡੀਕਣਾ। ਤੇ ਜਦ ਆਇਆ ਹੁਕਮ ਸਾਡਾ,
ਬਚਾ ਦਿੱਤਾ ਅਸਾਂ ਸ਼ੁਐਬ ਨੂੰ ਤੇ ਜਿਹੜੇ ਈਮਾਨਦਾਰ ਬਣੇ ਉਸ ਨਾਲ ਮਿਹਰ ਨਾਲ ਆਪਣੇ ਵੱਲੋਂ, ਤੇ ਪਕੜਿਆ ਜ਼ਾਲਮਾਂ ਨੂੰ ਇੱਕ ਸਖਤ ਚੀਕ ਨੇ। ਫਿਰ ਫਜਰ ਨੂੰ ਹੋ ਗਏ ਆਪਣੇ ਘਰਾਂ ਵਿੱਚ ਮੁਰਦੇ ਮੂੰਹਦੇ ਪਏ ਹੋਏ, ਜਿਉਂ ਕਦੇ ਨਹੀਂ ਵਸਦੇ ਸਨ ਉੱਥੇ। ਸੁਣ ਲਓ, ਦੂਰ ਹੋ ਗਏ ਮਦੀਨ ਵਾਲੇ ਜਿਉਂ ਦੂਰ ਹੋਏ ਸਮੂਦ। ਤੇ ਜ਼ਰੂਰ ਭੇਜਿਆ ਅਸਾਂ ਮੂਸਾ ਨੂੰ ਆਪਣੀਆਂ ਨਿਸ਼ਾਨੀਆਂ ਤੇ ਦਲੀਲ ਸਾਫ਼ ਦੇ ਕੇ ਫਿਰੌਨ ਤੇ ਉਹਦੇ ਸਰਦਾਰਾਂ ਵੱਲ, ਪਰ ਉਹ ਤੁਰਦੇ ਫਿਰੌਨ ਦੇ ਹੁਕਮ ਉੱਤੇ, ਤੇ ਨਹੀਂ ਸੀ ਹੁਕਮ ਫਿਰੌਨ ਦਾ ਕੁਝ ਨੇਕ ਚਾਲ ਦਾ। ਉਹ ਮੋਹਰੇ ਲੱਗੇਗਾ ਕੌਮ ਆਪਣੀ ਦੇ ਦਿਨ ਕਿਆਮਤ ਦੇ, ਫਿਰ ਪਹੁੰਚਾਏਗਾ ਉਹਨਾਂ ਨੂੰ ਅੱਗ ਉੱਤੇ, ਤੇ ਕਿਆ ਬੁਰਾ ਪਤਨ ਹੈ ਕੋਈ ਜਿਸ ਉੱਤੇ ਪਹੁੰਚੇ। ਤੇ ਮਗਰ ਲੱਗ ਪਈਓ ਨੇ ਇਸ ਜਹਾਨ ਵਿੱਚ ਫਟਕਾਰ, ਤੇ ਦਿਨ ਕਿਆਮਤ ਦੇ ਕਿਆ ਬੁਰਾ ਇਨਾਮ ਹੈ ਜੋ ਮਿਲਿਆ। ਇਹ ਨੇ ਕੁਝ ਖਬਰਾਂ ਬਸਤੀਆਂ ਦੀਆਂ ਜਿਸ ਦਾ ਅਸੀਂ ਬਿਆਨ ਕਰਨੇ ਆ ਤੇਰੇ ਅੱਗੇ, ਤੇ ਕੋਈ ਉਹਨਾਂ ਵਿੱਚੋਂ ਖਲੋਤੀ ਹੈ ਤੇ ਕੋਈ ਪੁੱਟੀ ਗਈ। ਤੇ ਅਸਾਂ ਨਹੀਂ ਜ਼ੁਲਮ ਕੀਤਾ ਉਹਨਾਂ ਉੱਤੇ, ਪਰ ਆਪ ਜ਼ੁਲਮ ਕੀਤੋ ਨੇ ਆਪਣੇ ਉੱਤੇ। ਫਿਰ ਕੁਝ ਕੰਮ ਨਾ ਆਏ ਉਹਨਾਂ ਦੇ ਮਾਬੂਦ ਉਹਨਾਂ ਦੇ ਜਿਨ੍ਹਾਂ ਨੂੰ ਸੱਦਦੇ ਸਨ ਸਿਵਾ ਅੱਲਾ ਦੇ, ਜਦ ਆ ਚੁੱਕਾ ਹੁਕਮ ਤੇਰੇ ਰੱਬ ਦਾ। ਤੇ ਕੁਝ ਨਾ ਵਧਾਈਓ ਨੇ ਉਹਨਾਂ ਦਾ ਸਿਵਾ ਬਰਬਾਦ ਕਰਨੇ ਦੇ। ਤੇ ਇਸੇ ਤਰ੍ਹਾਂ ਹੀ ਪਕੜ ਤੇਰੇ ਰੱਬ ਦੀ ਜਦੋਂ ਪਕੜਦਾ ਹੈ ਜ਼ਾਲਮ ਵਸਤੀਆਂ ਨੂੰ, ਉਹਦੀ ਪਕੜ ਜ਼ਰੂਰ ਸਖਤ ਹੈ, ਦੁੱਖ ਦੇਣ ਵਾਲੀ। ਜ਼ਰੂਰ ਇਸ ਵਿੱਚ ਨਿਸ਼ਾਨੀ ਉਸ ਲਈ ਜਿਹੜਾ ਡਰਿਆ ਆਖਰਤ ਦੇ ਅਜ਼ਾਬੋਂ। ਉਹ ਹੀ ਇੱਕ ਦਿਨ ਜਿਸ ਵਿੱਚ ਇਕੱਠੇ ਕੀਤੇ ਜਾਣਗੇ ਲੋਕ, ਤੇ ਉਹ ਹੀ ਇੱਕ ਦਿਨ ਜਿਸ ਵਿੱਚ ਹਾਜ਼ਰ ਕੀਤੇ ਜਾਣਗੇ। ਤੇ ਨਹੀਂ ਪਛੇਰੇ ਪਾਉਂਦੇ ਅਸੀਂ ਉਸ ਨੂੰ, ਪਰ ਵਾਸਤੇ ਗੁਜ਼ਰਨੇ ਇੱਕ ਮੁੱਦਤ ਗਿਣੀ ਚੁਣੀ ਹੋਈ ਦੇ। ਜਿਸ ਦਿਨ ਆਵੇਗਾ ਨਾ ਬੋਲ ਸਕੇਗਾ ਕੋਈ ਪਰ ਉਹਦੇ ਹੁਕਮ ਨਾਲ। ਫਿਰ ਕੋਈ ਉਹਨਾਂ ਵਿੱਚੋਂ ਉਸ ਦਿਹਾੜੇ ਬਦਬਖਤ ਤੇ ਕੋਈ ਨੇਕ ਬਖਤ ਹੋਏਗਾ। ਫਿਰ ਜਿਹੜੇ ਬਦਬਖਤ ਹੋਏ ਸੋ ਅੱਗ ਵਿੱਚ ਨੇ, ਉਹਨਾਂ ਉੱਥੇ ਚੀਕਣਾ ਤੇ ਹੀਕਣਾ ਹੈ, ਸਦਾ ਰਹਿਣਗੇ ਉੱਥੇ ਜਦ ਤੀਕ ਕਾਇਮ ਰਹਿਣ ਆਸਮਾਨ ਤੇ ਜ਼ਮੀਨ। ਪਰ ਜੋ ਰੱਬ ਚਾਹੇਗਾ, ਜ਼ਰੂਰ ਤੇਰਾ ਰੱਬ ਕਰ ਹੀ ਲੈਂਦਾ ਹੈ ਜੋ ਚਾਹੇ। ਤੇ ਜਿਹੜੇ ਨੇਕ ਬਖਤ ਹੋਏ ਨੇ ਸੋ ਬਹਿਸ਼ਤ ਵਿੱਚ ਨੇ, ਸਦਾ ਰਹਿਣਗੇ ਉੱਥੇ ਜਦ ਤੀਕ ਕਾਇਮ ਹੈ ਆਸਮਾਨ ਤੇ ਜ਼ਮੀਨ। ਪਰ ਜੋ ਚਾਹੇ ਰੱਬ ਤੇਰਾ ਬਖਸ਼ਿਸ਼ ਹੈ ਬੇਓੜਕ ਉਹਨਾਂ ਲਈ। ਸੋ ਐ ਹਬੀਬ ਤੁਸੀਂ ਸ਼ੱਕ ਵਿੱਚ ਨਾ ਪਾਓ, ਅਜ਼ਾਬ ਹੋਣੇ ਤੋਂ ਪੂਜਣੇ ਇਹਨਾਂ ਲੋਕਾਂ ਦੇ ਥੀ। ਨਹੀਂ ਪੂਜਦੇ, ਪਰ ਜਿਉਂ ਪੂਜਦੇ ਸਨ ਪਿਓ ਦਾਦੇ ਇਹਨਾਂ ਦੇ ਪਹਿਲੇ। ਤੇ ਅਸਾਂ ਜ਼ਰੂਰ ਪੂਰਾ ਦੇਣਾ ਹੈ ਉਹਨਾਂ ਨੂੰ ਹਿੱਸਾ ਉਹਨਾਂ ਦਾ, ਕੁਝ ਘਟਾਇਆ ਬਗੈਰ। ਤੇ ਜ਼ਰੂਰ ਅਸਾਂ ਦਿੱਤੀ ਮੂਸਾ ਨੂੰ ਕਿਤਾਬ। ਫਿਰ ਇਖਤਲਾਫ ਪਾਇਓ ਨੇ ਉਸ ਬਾਰੇ ਵਿੱਚ ਜਿਸ ਤਰ੍ਹਾਂ ਹੋਣ ਪਏ ਕਰਦੇ ਨੇ। ਤੇ ਜੇ ਕਦੇ ਨਾ ਹੁੰਦੀ ਇੱਕ ਗੱਲ ਜੋ ਪਹਿਲੇ ਨਿਕਲ ਚੁੱਕੀ ਹੈ ਤੇਰੇ ਰੱਬ ਵੱਲੋਂ, ਯਾਨੀ ਇਹਨਾਂ ਦੇ ਇਸ ਗੈਰ ਅੱਲਾ ਦੀ ਪੂਜਾ ਕਰਨੇ ਤੋਂ ਅਜ਼ਾਬ ਉਤਰਨੇ ਵਿੱਚ ਸ਼ੱਕ ਨਾ ਕਰੋ, ਤਾਂ ਫੈਸਲਾ ਹੋ ਜਾਂਦਾ ਉਹਨਾਂ ਵਿੱਚ। ਤੇ ਉਹਨਾਂ ਨੂੰ ਜ਼ਰੂਰ ਸ਼ੱਕ ਹੈ ਇਸ ਵਿੱਚ ਬੇਕਰਾਰ ਕਰਨ ਵਾਲਾ। ਤੇ ਹਰ ਕਿਸੇ ਨੂੰ ਜਦ ਵੇਲਾ ਆਵੇਗਾ ਤੇਰਾ ਰੱਬ ਜ਼ਰੂਰ ਦੇਗਾ ਬਦਲਾ ਉਹਨਾਂ ਦੇ ਅਮਲ ਦਾ। ਉਹਨੂੰ ਜ਼ਰੂਰ ਖਬਰ ਹੈ ਜੋ ਕਰਦੇ ਨੇ। ਐ ਹਬੀਬ ਸੋ ਤੂੰ ਸਾਬਤ ਕਦਮ ਰਹੋ ਜਿਉਂ ਤੈਨੂੰ ਹੁਕਮ ਹੋਇਆ। ਤੇ ਉਹ ਜਿਹਨੇ ਤੋਬਾ ਕੀਤੀ ਤੇਰੇ ਨਾਲ, ਤੇ ਹੱਦੋਂ ਨਾ ਲੰਘੋ, ਜ਼ਰੂਰ ਉਹ ਵੇਖਦਾ ਹੈ ਜੋ ਕਰਦੇ ਹੋ। ਤੇ ਨਾ ਝੁਕੋ ਜ਼ਰਾ ਵੀ ਜ਼ਾਲਮਾਂ ਵੱਲ, ਫਿਰ ਲੱਗੇਗੀ ਤੁਹਾਨੂੰ ਅੱਗ। ਤੇ ਨਹੀਂ ਤੁਹਾਡਾ ਸੁਭਾਅ ਅੱਲਾ ਦੇ ਕੋਈ ਹਮੈਤੀ, ਕਿਧਰੋਂ ਵੀ ਫਿਰ ਤੁਹਾਨੂੰ ਮਦਦ ਨਾ ਮਿਲੇਗੀ। ਤੇ ਦਰੁਸਤ ਪੜੋ ਨਮਾਜ਼ ਦੋ ਤਰਫੀ ਦਿਨ ਦੇ, ਯਾਨੀ ਫਜਰ ਤੇ ਮਗਰਬ ਵੇਲੇ। ਇੱਕ ਹਿੱਸਾ ਰਾਤ ਦਾ ਗੁਜ਼ਰਨ ਦੇ ਬਾਅਦ ਵੀ ਨੇਕੀਆਂ ਜ਼ਰੂਰ ਦੂਰ ਕਰਦੀਆਂ ਨੇ ਬੁਰਾਈਆਂ ਨੂੰ। ਇਹ ਹੀ ਨਸੀਹਤ ਲੈਣ ਵਾਲਿਆਂ ਲਈ। ਤੇ ਸਹਿੰਦਾ ਰਹਿ, ਫਿਰ ਜ਼ਰੂਰ ਅੱਲਾ ਐਵੇਂ ਨਹੀਂ ਗਵਾਉਂਦਾ ਮਜ਼ਦੂਰੀ ਨੇਕੀ ਵਾਲਿਆਂ ਦੀ। ਫਿਰ ਕਿਉਂ ਨਾ ਹੋਏ ਤੁਸਾਂ ਤੋਂ ਪਹਿਲੀਆਂ ਸੰਗਤਾਂ ਵਿੱਚੋਂ ਅਕਲ ਵਾਲੇ ਜਿਹੜੇ ਮਨਾ ਕਰਦੇ ਲੋਕਾਂ ਨੂੰ ਵਿਗਾੜ ਪਾਣੇ ਤੋਂ ਮੁਲਕ ਵਿੱਚ। ਅਜਿਹੇ ਲੋਕ ਹੋਏ ਵੀ ਪਰ ਥੋੜ੍ਹੇ, ਜਿਹੜੇ ਬਚਾ ਦਿੱਤੇ ਅਸਾਂ ਉਹਨਾਂ ਸੰਗਤਾਂ ਵਿੱਚੋਂ। ਵਰਨਾ ਮਗਰ ਪਏ ਰਹੇ ਜ਼ਾਲਮ ਲੋਕ ਉਸ ਕੰਮ ਦੇ ਜਿਸ ਵਿੱਚ ਬਹਾਰ ਡਿੱਠੀ ਉਹਨੇ, ਤੇ ਹੈ ਸਨ ਪਾਪੀ। ਤੇ ਨਹੀਂ ਇਹ ਰੱਬ ਤੇਰਾ ਜੋ ਬਰਬਾਦ ਕਰੇ ਵਸਤੀਆਂ ਨੂੰ ਜ਼ੁਲਮ ਨਾਲ, ਹਾਲਾਂਕਿ ਲੋਕ ਉੱਥੋਂ ਦੇ ਇਸਲਾਹ ਕਰਨ ਵਾਲੇ ਹੋਣ। ਤੇ ਜੇ ਕਦੇ ਚਾਹੁੰਦਾ ਰੱਬ ਤੇਰਾ ਤਾਂ ਕਰ ਦਿੰਦਾ ਲੋਕਾਂ ਨੂੰ ਇੱਕੋ ਉਮਤ, ਤੇ ਹਮੇਸ਼ਾ ਰਹਿਣਗੇ ਹੁਣ ਝਗੜਦੇ। ਪਰ ਜਿਸ ਉੱਤੇ ਮਿਹਰ ਕੀਤੀ ਤੇਰੇ ਰੱਬ ਨੇ, ਤੇ ਐਸੇ ਗੱਲ ਲਈ ਪੈਦਾ ਕੀਤਾ ਸੂ ਉਹਨਾਂ ਨੂੰ, ਤੇ ਪੂਰੀ ਨਿਕਲੀ ਇਹ ਗੱਲ ਤੇਰੇ ਰੱਬ ਦੀ। ਭਾਈ ਮੈਂ ਜ਼ਰੂਰ ਭਰਨਾ ਹੈ ਦੋਜ਼ਖ ਜਿੰਨਾਂ ਤੇ ਆਦਮੀਆਂ ਇਕੱਠਿਆਂ ਨਾਲ। ਤੇ ਸਭ ਕੁਝ ਅਸੀਂ ਬਿਆਨ ਕਰਨੇ ਆਇਆ ਹਬੀਬ ਤੇਰੇ ਅੱਗੇ, ਖਬਰਾਂ ਪੈਗੰਬਰਾਂ ਦੀਆਂ, ਜਿਸ ਨਾਲ ਅਸੀਂ ਤਸੱਲੀ ਦੇਈਏ ਤੇਰੇ ਦਿਲ ਨੂੰ। ਤੇ ਪਹੁੰਚਿਆ ਤੈਨੂੰ ਇਸ ਵਿੱਚ ਹਕੀਕਤ ਦਾ ਇਲਮ,
ਤੇ ਸੱਚ ਤੇ ਵਾਜ਼ ਤੇ ਨਸੀਹਤ ਈਮਾਨਦਾਰਾਂ ਨੂੰ। ਤੇ ਆਖਦੇ ਨੇ ਉਹਨਾਂ ਨੂੰ ਜਿਹੜੇ ਨਹੀਂ ਮੰਨਦੇ, ਕੰਮ ਕਰੀ ਜਾਓ ਆਪਣੇ ਤਰੀਕੇ ਉੱਤੇ, ਅਸੀਂ ਵੀ ਕੰਮ ਕਰਨੇ ਆ, ਤੇ ਉਡੀਕੋ ਅਸੀਂ ਵੀ ਉਡੀਕਨੇ ਆ। ਤੇ ਅੱਲਾ ਹੀ ਕੋਲ ਖਬਰ ਛੁਪੀ ਹੋਈ ਚੀਜ਼ ਅਸਮਾਨਾਂ ਤੇ ਜ਼ਮੀਨ ਦੀ, ਤੇ ਉਸੇ ਹੀ ਵੱਲ ਮੁੜਦਾ ਏ ਸਭ ਕੰਮ। ਸੋ ਪੂਜੋ ਉਸ ਨੂੰ ਤੇ ਭਰੋਸਾ ਕਰੋ ਉਸ ਉੱਤੇ, ਤੇ ਤੇਰੇ ਰੱਬ ਨੂੰ ਭੁੱਲਾ ਹੋਇਆ ਨਹੀਂ ਜੋ ਕਰਦੇ ਨੇ। ਸੂਰਤ ਯੂਸੁਫ। ਸੂਰਹ ਯੂਸਫ। ਬਿਸਮਿल्लाह रहमान रहीम। शुरू अल्लाह दे नाम नाल जो बड़ा मेहरबान नहायत रहम वाला है। अलिफ लाम रा। ये ने गल्लां किताब रोशन दियां जो अपना माना सुखल्ला बयान कर दियां ने। असां उतारिया इस नूं कुरान अरबी बोली बना के तां तुसी समझ लो अच्छी तरह। असी बयान करने आ तेरे अगे सोहना बयान करना इस तरह नाल जो उतारिया असां तेरे वल ए कुरान। ते जरूर ही तुसानू एदों पहले खबर नहीं सी। जद आख्या यूसुफ ने अपने प्यो नू, ऐ मेरे प्यो, मैं जरूर वेखे ने 11 तारे ते सूरज ते चन्न, वेख्या मैं उन्हां नू मैनू सजदा करदे ने। आख्यो सू ऐ मेरे बचड़े, ना दसी सुफना अपना अपने भरावां अगे, फिर दा लाणगे तेनू कोई दा। शैतान जरूर आदमी दा दुश्मन है खुला खुला। ते इसे तरह जियों ख्वाब वेख्या है तू, बुजुर्गी देवेगा तेनू रब तेरा, ते सिखाएगा तेनू मुराद लभनी गल्लां दी, ते पूरी करेगा नेमत अपनी तेरे उत्ते ते याकूब दी औलाद उत्ते, जियों ओ पूरी कीतो सू तेरे प्यो दादे उत्ते, पहलों इब्राहिम ते इसहाक उत्ते। तेरा रब जरूर जानन वाला है, हिकमतां वाला। ਜ਼ਰੂਰ ਹੈ ਯੂਸਫ ਤੇ ਉਹਦੇ ਭਰਾਵਾਂ ਦੇ ਕਿੱਸੇ ਵਿੱਚ ਨਿਸ਼ਾਨੀਆਂ ਪੁੱਛਣ ਵਾਲਿਆਂ ਲਈ। ਭਰਾਵਾਂ ਆਪੇ ਵਿੱਚ ਜਦ ਆਖਿਆ ਯੂਸਫ ਤੇ ਉਹਦਾ ਭਰਾ ਵਧੇਰੇ ਪਿਆਰੇ ਨੇ ਸਾਡੇ ਪਿਓ ਨੂੰ, ਤੇ ਅਸੀਂ ਹਾਂ ਜਣੇ ਜ਼ੋਰ ਵਾਲੇ। ਜ਼ਰੂਰ ਸਾਡਾ ਪਿਓ ਇਹ ਸਾਫ਼ ਗਲਤੀ ਵਿੱਚ ਜੇ ਅਸਾਂ ਲਾਇਕ ਕਾਰਾਂ ਨਾਲ ਇਤਨਾ ਪਿਆਰ ਨਹੀਂ ਕਰਦਾ ਜਿਤਨਾ ਦੋਵਾਂ ਛੋਟਿਆਂ ਨਾਲ ਕਰਦਾ ਹੈ। ਚਲੋ ਜਾਨੋਂ ਮਾਰ ਦਿਓ ਯੂਸਫ ਨੂੰ, ਜਾਂ ਸੁੱਟ ਦਿਓ ਉਹਨੂੰ ਕਿਸੇ ऐसी जमीन विच जिथों मुड़ के घर आउण दा राह ना जानदा होवे। वखरा रह जाएगा मूँह तुहाडे प्यो दा, ते फिर ये कम कर लैण दे पिछों नेक लोग बन जाना। आखिया एक आखण वाले ने उन्हां विचों, जे तुसां कुछ करना ही है तां जानो ना मारो यूसुफ नूं, ते सुट दिओ ओनूं किसे अन्ने खूह विच, चुक लै जाणगे ओनूं कोई राही। ते ये मता पका के प्यो कोल गए ते आखियो ने, ऐ प्यो साडे की हो गया तेनू, वसा नहीं करना साडा यूसुफ उत्ते, ते असीं जरूर ओहदा भला चाहण वाले हां। कल ओनू नाल साडे भलके कुछ खावे ते खेडे, ते असीं जरूर ओहदे राखे हां। आखण लगा मैनू जरूर ही गम लगदा है इस दा, जो लै जाओ तुसी ओनू, ते मैं डरना जो खा जाए ओनू बगियाड़, ते तुसी उस तो बेसुरत होवो। आखियो ने जे खा गया ओनू बगियाड़ ते असीं जने जोर वाले, असीं तद जरूर घाटे वाले हैं नकम्मे। फिर जद लै गए ओनू ते नीयत कीती ओने भाई सुट देण ओनू थल्ले खूह दे, ते वही भेजी असां यूसुफ वाल, जो जरूर जितावेंगा तू उन्हां नू, ये कम उन्हां दा कदी ते ओ ना जाणदे होणगे। ते फिर आए अपने प्यो कोल अछा वेले रोंदे। आखियो ने, ऐ प्यो साडे, असीं लगे दौड़न एक दूजे नालों अगे वधन नू, ते छड्डिया असां यूसुफ नू अपने असबाब कोल, फिर खा गया ओनू बगियाड़। ते नहीं तू यकीन करना साडी गल दा, भावें होवीए असीं सच्चे। ते लै आए ओहदे कुर्ते उत्ते खून ला के झूठा। आखियो सू सगों बना दित्ती है तुहानू तुहाडे जियां ने कोई गल, सो सबर है सोहना, ते अल्लाह ही तो मदद दी लोड़ है। उस गल उत्ते जो बयान कर दिओ, ते आए उधर कोई राही। फिर भेजियो ने अपना माशकी, फिर लमकायो सू बोका अपना, ते यूसुफ नू वेख के आखियो सू खुशखबरी है बई इत्थे ये लड़का है, ते छुपा लियो ने ओनू पूंजी समझ के, ते अल्लाह जानदा है जो वो करदे सन। ते वेचियो ने ओनू घट माल नाल गिणियां होईयां पौलियां एवज, ते नहीं है सन कीमत उस दी तो ज्यादा उम्मीद रखदे।
ਤੇ ਜਿਨ ਖਰੀਦਿਆ ਉਹਨੂੰ ਮਿਸਰ ਵਾਲਿਆਂ ਵਿੱਚੋਂ ਆਪਣੀ ਔਰਤ ਨੂੰ ਆਖਿਆ ਇੱਜ਼ਤ ਕਰੀ ਇਹਦੇ ਰੱਖਣ ਤੇ ਆਖਿਆ ਔਰਤਾਂ ਨੇ ਸ਼ਹਿਰ ਵਿੱਚ ਔਰਤ ਅਜ਼ੀਜ਼ ਦੀ ਚਾਹੁੰਦੀ ਏ ਗੁਲਾਮ ਆਪਣੇ ਤੋਂ ਉਹਦਾ ਜੀ ਪਰਮਾਣਾ ਉਹ ਮੋਹ ਗਈ ਸੂ ਪਿਆਰ ਨਾਲ ਅਸੀਂ ਵੇਖਣੀਆਂ ਉਹਨੂੰ ਜ਼ਰੂਰ ਹੀ ਜ਼ਾਹਿਰ ਗਲਤੀ ਵਿੱਚ। ਫਿਰ ਜਦ ਸੁਣਿਓ ਸੂ ਫਰੇਬ ਉਹਨਾਂ ਦਾ ਪੈਗਾਮ ਭੇਜਿਓ ਸੂ ਉਹਨਾਂ ਵੱਲ ਤੇ ਤਿਆਰ ਕੀਤਿਓ ਸੂ ਉਹਨਾਂ ਲਈ ਵਿਛਾਉਣੇ ਤੇ ਦਿੱਤਿਓ ਸੂ ਹਰ ਇੱਕ ਨੂੰ ਉਹਨਾਂ ਵਿੱਚੋਂ ਛੁਰੀ ਫਲ ਚੀਰ ਕੇ ਖਾਣ ਨੂੰ ਤੇ ਆਖਣ ਲੱਗੀ ਨਿਕਲ ਵੇ ਇਹਨਾਂ ਦੇ ਸਾਹਮਣੇ। ਫਿਰ ਜਦ ਵੇਖਿਓ ਨੇ ਉਹਨੂੰ ਟੌਰ ਪੌਰ ਗਈਆਂ ਤੇ ਮੇਵੇ ਦੀ ਜਗ੍ਹਾ ਵੱਢ ਲਿਓ ਨੇ ਹੱਥ ਆਪਣੇ ਤੇ ਆਖਣ ਲੱਗੀਆਂ ਪਾ ਕੇ ਅੱਲਾ ਨਹੀਂ ਹੈ ਕੋਈ ਆਦਮੀ ਇਹ ਪਰ ਫਰਿਸ਼ਤਾ ਬਜ਼ੁਰਗ। ਅਜ਼ੀਜ਼ ਦੀ ਬੀਵੀ ਆਖਣ ਲੱਗੀ ਫਿਰ ਇਹੋ ਜੇ ਜਿਸ ਦੀ ਮੁਹੱਬਤ ਵਿੱਚ ਤਾਨਾ ਦਿੱਤਾ ਸਾਜੇ ਮੈਨੂੰ ਤੇ ਜ਼ਰੂਰ ਮੈਂ ਚਾਹਿਆ ਇਸ ਤੋਂ ਜੀ ਪਰਮਾਣਾ ਇਹਦਾ ਪਰ ਇਹ ਬਚ ਨਿਕਲਿਆ ਤੇ ਜੇ ਨਾ ਕਰੇਗਾ ਜੋ ਮੈਂ ਆਖਣੀ ਆ ਇਹਨੂੰ ਤਾਂ ਜ਼ਰੂਰ ਕੈਦ ਹੋਵੇਗਾ ਤੇ ਜ਼ਰੂਰ ਹੋ ਜਾਏਗਾ ਜ਼ਲੀਲ ਤੇ ਖਾਰ। ਯੂਸਫ ਆਖਿਓ ਸੂ ਮੇਰੇ ਰੱਬਾ ਕੈਦ ਖਾਨਾ ਵਧੇਰਾ ਪਿਆਰਾ ਹੈ ਮੈਨੂੰ ਉਸ ਕੰਮ ਨਾਲੋਂ ਜਿਸ ਵੱਲ ਸੱਦਦੀਆਂ ਨੇ ਮੈਨੂੰ ਤੇ ਜੇ ਨਾ ਹਟਾਏਗਾ ਮੈਂ ਤੋਂ ਫਰੇਬ ਇਹਨਾਂ ਦਾ ਚੁੱਕ ਪਾਂਗਾ ਇਹਨਾਂ ਵੱਲ ਤੇ ਹੋ ਜਾਵਾਂਗਾ ਨਾਦਾਨਾ ਥੀ। ਫਿਰ ਕਬੂਲ ਕੀਤੀ ਦੁਆ ਉਹਦੇ ਰੱਬ ਨੇ ਫਿਰ ਹਟਾ ਦਿੱਤਾ ਉਸ ਤੋਂ ਫਰੇਬ ਉਹਨਾਂ ਦਾ ਜ਼ਰੂਰ ਉਹ ਹੀ ਇਹ ਸੁਣਦਾ ਜਾਣਦਾ। ਫਿਰ ਉਹਨਾਂ ਲੋਕਾਂ ਨੂੰ ਇਹ ਸੁਝਿਆ ਪਿੱਛੇ ਇਸ ਦੇ ਜੋ ਵੇਖ ਚੁੱਕੇ ਨਿਸ਼ਾਨੀਆਂ ਇਹ ਜੋ ਜ਼ਰੂਰ ਕੈਦ ਕਰ ਦਈਏ ਉਹਨੂੰ ਇੱਕ ਮੁੱਦਤ ਤੀਕ। ਇਹ ਦੋ ਸਜਣੋਂ ਕੈਦਖਾਨੇ ਦਿਓ ਤੁਹਾਡੇ ਖਾਬ ਦੀ ਤਾਬੀਰ ਇਹ ਹੈ ਇੱਕ ਤੇ ਤੁਸਾਂ ਵਿੱਚੋਂ ਪਲਾਏਗਾ ਆਪਣੇ ਮਾਲਕ ਨੂੰ ਸ਼ਰਾਬ ਤੇ ਦੂਸਰਾ ਸੂਲੀ ਚੜੇਗਾ ਫਿਰ ਖਾਣਗੇ ਪਖੇਰੂ ਉਹਦੇ ਸਿਰ ਨੂੰ ਨੋਚ ਨੋਚ ਕੇ। ਨਿਬੜ ਚੁੱਕੀ ਇਹ ਗੱਲ ਜਿਹੜੀ ਪੁੱਛਦੇ ਸੋ ਤੇ ਆਖਿਓ ਸੂ ਜਿਸ ਨੂੰ ਜਾਤੋ ਸੂ ਜੋ ਉਹ ਜ਼ਰੂਰ ਬਚੇਗਾ ਉਹਨਾਂ ਦੋਵਾਂ ਵਿੱਚੋਂ ਭਈ ਯਾਦ ਕਰੀ ਮੈਨੂੰ ਆਪਣੇ ਮਾਲਕ ਕੋਲ। ਫਿਰ ਵਿਸਾਰ ਦਿੱਤਾ ਉਹਨੂੰ ਸ਼ੈਤਾਨ ਨੇ ਯਾਦ ਕਰਨਾ ਆਪਣੇ ਮਾਲਕ ਕੋਲ। ਫਿਰ ਪਿਆ ਰਿਹਾ ਯੂਸਫ ਕੈਦਖਾਨੇ ਵਿੱਚ ਕਈ ਵਰੇ। ਇੱਕ ਦਿਹਾੜੇ ਆਖਿਆ ਬਾਦਸ਼ਾਹ ਨੇ ਮੈਂ ਸੁਪਨੇ ਵਿੱਚ ਵੇਖਣਾ 7 ਗਾਈਆਂ ਮੋਟੀਆਂ ਖਾਂਦੀਆਂ ਨੇ ਉਹਨਾਂ ਨੂੰ 7 ਲਿਸੀਆਂ ਤੇ 7 ਸਿੱਟੇ ਹਰੇ ਤੇ ਹੋਰ ਸੁੱਕੇ। ਐ ਸਰਦਾਰੋ ਬਿਆਨ ਦੱਸੋ ਮੈਨੂੰ ਮੇਰੇ ਸੁਪਨੇ ਦਾ ਜੇ ਤੁਸੀਂ ਸੁਪਨੇ ਦਾ ਬਿਆਨ ਦੱਸਦੇ ਹੋ ਹੁੰਦੇ ਹੋ।